ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸੁਬਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਵੈਖਰੀ ਜਪ ਦੇ ਉੱਪਰ ਆਪਣੀ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸੰਗਤਾਂ ਜਾਣਦੀਆਂ ਹੈ ਕਿ ਵੈਖਰੀ ਜਪ ਤੋਂ ਭਾਵ ਉਹ ਜਪ ਹੁੰਦਾ ਹੈ ਜਿਹੜਾ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਨੂੰ ਬਾਰ-ਬਾਰ ਜਪਿਆ ਜਾਂਦਾ ਹੈਗਾ। ਸੋ ਇਹ ਜਪ ਰਸਨਾ ਦਾ ਜਪ ਵੀ ਸਿੱਧੇ ਤੌਰ 'ਤੇ ਕਹਾਉਂਦਾ ਹੈ, ਅਤੇ ਵੈਸੇ ਆਮ ਤੌਰ 'ਤੇ ਅਸੀਂ ਜਿਹੜੇ ਹਨ ਵਿਦਵਾਨ ਜੋ ਹੈ ਪੁਰਾਤਨ ਇਸ ਨੂੰ ਵੈਖਰੀ ਜਪ ਦਾ ਨਾਮ ਦਿੰਦੇ ਹੈ। ਸੋ ਵੈਖਰੀ ਤੋਂ ਅਗਰ ਆਪਾਂ ਸਿੱਧੇ ਤੌਰ 'ਤੇ ਭਾਵ ਲਈਏ ਕਿ ਵੈਖਰੀ ਤੋਂ ਭਾਵ ਇਹ ਹੁੰਦਾ ਹੈਗਾ ਕਿ ਇਹ ਮੈਦਾਨ ਦਾ ਜੋ ਜੰਗ ਦਾ ਮੈਦਾਨ ਹੈ, ਉਸ ਮੈਦਾਨ ਦਾ ਉਹ ਹਿੱਸਾ ਹੈਗਾ ਜਿੱਥੇ ਇੱਕ ਪਾਸੇ ਜੀਵ ਆਤਮਾ ਜਿਹੜੀ ਹੈ ਉਹ ਖੜੀ ਹੈ, ਅਤੇ ਦੂਸਰੇ ਪਾਸੇ ਇਸ ਸਦੀਆਂ ਤੋਂ ਜੀਵ ਆਤਮਾ ਦੇ ਉੱਪਰ ਜਿਹੜੀ ਚੀਜ਼ ਰਾਜ ਕਰਦੀ ਆ ਉਹ ਹੈ ਮਨ, ਅਤੇ ਉਹਦੀਆਂ ਮੋਹਣੀਆਂ ਫੌਜਾਂ ਅਤੇ ਉਹਦੇ ਜਿਹੜੇ ਹਨ ਉਹ ਮਹਾਸ਼ਕਤੀਆਂ ਦੇ ਜਰਨੈਲ, ਜਿਨ੍ਹਾਂ ਨੂੰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਖਦੇ ਹਾਂ। ਇਹ ਸਾਰੇ ਇੱਕ ਪਾਸੇ ਖੜੇ ਆ। ਹੁਣ ਇਹ ਜਿਹੜੀ ਵੈਖਰੀ ਹੈਗੀ ਆ, ਇਹਦਾ ਭਾਵ ਆਪਾਂ ਗੁਰਮਤਿ ਦੇ ਅਨੁਸਾਰ ਇਹ ਵੀ ਨਿਕਲਦਾ ਕਿ ਇਹ ਵੈਖਰੀ ਤੋਂ ਭਾਵ ਹੈ ਕਿ ਉਲਟਾ ਬ੍ਰਿਕਸ਼, ਕਿਉਂਕਿ ਇਹ ਜਿਹੜੀ ਜੰਗ ਹੈ ਨਾ, ਸ਼ੁਰੂਆਤ ਦੀ ਜੰਗ ਹੈ, ਇਹ ਸਭ ਤੋਂ ਮੁਸ਼ਕਲ ਹੈ। ਇਸੇ ਕਰਕੇ ਇਹਨੂੰ ਅੱਗ ਦਾ ਦਰਿਆ ਵੀ ਕਹਿ ਦਿੰਦੇ ਆ। ਇੱਕ ਪਾਸੇ ਮਨ ਹੈ ਅਤੇ ਮਨ ਦੀਆਂ ਮੋਹਣੀਆਂ ਫੌਜਾਂ, ਦੂਸਰੇ ਪਾਸੇ ਇੱਕ ਜੀਵ ਆਤਮਾ ਹੈਗੀ ਆ, ਅਤੇ ਇਹ ਜੀਵ ਆਤਮਾ ਜਿਹੜੀ ਹੈ ਇਹ ਜਦ ਆਪਣੇ ਗੁਰੂ ਦੀ ਕਿਰਪਾ ਦੇ ਅਨੁਸਾਰ, ਗੁਰੂ ਦੀ ਬਖਸ਼ਿਸ਼ ਦੇ ਅਨੁਸਾਰ ਜਦ ਜੀਵ ਆਤਮਾ ਮਨ ਦੇ ਨਾਲ ਇਹ ਯੁੱਧ ਕਰਨ ਵਾਸਤੇ ਤਿਆਰ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਨਾ ਗੁਰੂ ਉਹਨੂੰ ਇਹ ਸਿਖਾਉਂਦਾ ਹੈਗਾ ਕਿ ਇਹ ਜਿਹੜੀ ਜੰਗ ਦੀ ਯੁਕਤੀ ਹੈਗੀ ਹੈ, ਇਹ ਜੰਗ ਲੜਨੀ ਕਿਵੇਂ ਹੈ। ਕਿਉਂਕਿ ਜਿਸ ਨੇ ਵੀ ਇਹ ਜੰਗ ਜਿੱਤਣੀ ਹੋਵੇ, ਜਿਵੇਂ ਰਣਨੀਤੀ ਹੈ ਕਿ ਜਿਹੜਾ ਜੰਗ ਦਾ ਮੈਦਾਨ ਹੈਗਾ, ਜਿੰਨੀ ਵੀ ਜੰਗ ਜਿੱਤਣੀ ਆ ਉਹਦੀ ਨੀਤੀ ਦੇ ਅਨੁਸਾਰ ਹੋਣਾ ਚਾਹੀਦਾ ਹੈ। ਪਰ ਇੱਥੇ ਮਨ ਅਤੇ ਮਨ ਦੀਆਂ ਮੋਹਣੀਆਂ ਫੌਜਾਂ ਨੇ ਇਸ ਜੰਗ ਦੇ ਮੈਦਾਨ ਦੇ ਉੱਤੇ ਸਦੀਆਂ ਤੋਂ ਕਬਜ਼ਾ ਕੀਤਾ, ਅਤੇ ਇਹ ਜਿਹੜਾ ਕਬਜ਼ਾ ਹੈਗਾ ਇਹ ਮਨ ਦੀ ਜਿਹੜੀ ਨੀਤੀ ਹੈਗੀ ਹੈ ਨਾ, ਉਸ ਨੀਤੀ ਦੇ ਅਨੁਸਾਰ ਹੀ ਹੋਇਆ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਥੇ ਜੀਵ ਆਤਮਾ ਵਾਸਤੇ ਬਹੁਤ ਭਾਰੀ ਮੁਸ਼ਕਲ ਬਣ ਜਾਂਦੀ ਹੈ ਕਿ ਇੱਕ ਤਾਂ ਉਹਦੇ ਵਾਸਤੇ ਮੈਦਾਨ ਨਵਾਂ ਹੈ, ਕਿਉਂਕਿ ਮਨ ਦਾ ਜਿਹੜਾ ਸੁਭਾਵ ਹੈਗਾ ਦੁਨਿਆਵੀ, ਜਿਹੜਾ ਰਸਾਂ ਕਸਾਂ ਦੇ ਵਿੱਚ ਫਸਿਆ ਹੁੰਦਾ, ਅਤੇ ਮਨ ਇਹਨਾਂ ਰਸਾਂ ਕਸਾਂ ਦੇ ਵਿੱਚੋਂ ਬਿਲਕੁਲ ਨਿਕਲਣਾ ਨਹੀਂ ਚਾਹੁੰਦਾ ਹੈਗਾ। ਹੁਣ ਫਿਰ ਜੀਵ ਆਤਮਾ ਕਰੇ ਤਾਂ ਫਿਰ ਕੀ ਨਾ ਕਰੇ। ਪਰ ਜਦੋਂ ਜੀਵ ਆਤਮਾ ਨੂੰ ਉਹਦਾ ਸੱਚਾ ਸਤਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਤਾਂ ਫਿਰ ਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਨੀਕੀ ਕੀੜੀ ਮੇ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ। ਅਗਰ ਨਿੱਕੀ ਕੀੜੀ ਦੇ ਵਿੱਚ ਵੀ ਵਾਹਿਗੁਰੂ ਆਪਣੀ ਸ਼ਕਤੀ ਇਹਦਾ ਇੱਕ ਕਿਣਕਾ ਰੱਖ ਦੇਵੇ, ਤਾਂ ਫਿਰ ਉਹ ਕਰੋੜਾਂ ਲਸ਼ਕਰਾਂ ਨੂੰ ਤਬਾਹ ਕਰ ਦਿੰਦੀ ਆ। ਜਦ ਜੀਵ ਆਤਮਾ ਇਹ ਸੁਣਦੀ ਹੈ ਕਿ ਗੁਰੂ ਦੀ ਬਖਸ਼ਿਸ਼ ਦੇ ਵਿੱਚ ਐਡਾ ਭਾਰਾ ਗੁਣ ਵਾ, ਤਾਂ ਪਹਿਲੀ ਗੱਲ ਤਾਂ ਇਹ ਗੁਣ ਸੁਣ ਕੇ ਨਾ ਉਹਦੇ ਜਿਹੜੇ ਹੌਸਲੇ ਹੈ ਫਿਰ ਬੁਲੰਦ ਹੋ ਜਾਂਦੇ ਆ। ਦੂਸਰਾ ਕੀ ਹੈਗਾ ਕਿ ਉਹਨੂੰ ਵਾਹਿਗੁਰੂ ਜਿਹੜੇ ਹੈਗੇ ਆ, ਜੋ ਉਹਦੇ ਗੁਰੂ ਸਤਿਗੁਰੂ ਆ, ਇਸ ਜੀਵ ਆਤਮਾ ਨੂੰ ਇਸ ਜੰਗ ਨੂੰ ਕਿਵੇਂ ਜਿੱਤਣਾ ਹੈਗਾ, ਇਹਦੀ ਹੈ ਨਾ ਫਿਰ ਕਲਾ ਯੁਕਤੀ ਜਿਹੜੀ ਹੈ ਸਿਖਾਲਦੇ ਆ। ਇਹਦੇ ਵਿੱਚ ਪਹਿਲਾਂ ਇਹ ਦੱਸਿਆ ਜਾਂਦਾ ਹੈਗਾ ਕਿ ਪਹਿਲਾਂ ਮਨ ਦਾ ਜਿਹੜਾ ਭੇਤ ਹੈ, ਮਨ ਦਾ ਜੋ ਸੁਭਾਅ ਹੁੰਦਾ ਹੈ ਨਾ, ਉਹ ਜੀਵ ਆਤਮਾ ਤੱਕ ਜਿਹੜਾ ਹੈ ਨਾ ਗੁਰੂ ਪਹੁੰਚਾਉਂਦਾ ਹੈਗਾ। ਉਹ ਕੀ ਹੈ ਕਿ ਉਹਨੂੰ ਪਤਾ ਲੱਗਦਾ ਹੈ ਕਿ ਮਨ ਜਿਹਨੇ ਸਦੀਆਂ ਤੋਂ ਇਸ ਜੀਵ ਆਤਮਾ ਦੇ ਉੱਤੇ ਕਬਜ਼ਾ ਕੀਤਾ ਹੈ, ਇਹ ਤਾਂ ਜਿਹੜਾ ਹੈ ਨਾ ਸੁਭਾਅ ਹੈਗਾ, ਇਹ ਪਹਿਲਾਂ ਬਹੁਤ ਅੜੀਅਲ ਸੁਭਾਅ ਹੈਗਾ। ਸੋ ਜਿਹੜਾ ਅੜੀਅਲ ਸੁਭਾਅ ਨਾ ਇਹ ਮਨ ਦਾ ਹੈਗਾ, ਇਸ ਨੂੰ ਕਿਵੇਂ ਦੂਰ ਕਰਨਾ ਹੈਗਾ, ਫਿਰ ਜੀਵ ਆਤਮਾ ਨੂੰ ਜਿਹੜਾ ਹੈਗਾ ਉਹ ਸਿਖਾਲਿਆ ਜਾਂਦਾ ਹੈਗਾ ਕਿ ਮਨ ਦੇ ਅੜੀਅਲ ਸੁਭਾਅ ਨੂੰ ਜਿਹੜਾ ਹੈਗਾ ਉਹ ਤੂੰ ਕਿਵੇਂ ਭਜਾਉਣਾ ਹੈਗਾ, ਕਿਵੇਂ ਦੂਰ ਕਰਨਾ ਹੈਗਾ। ਕਿਉਂਕਿ ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ ਕਿ ਇਹ ਸਾਰੀ ਚੀਜ਼ ਜਿੰਨੀ ਜੀਵ ਆਤਮਾ ਦੀ ਹੈਗੀ ਆ, ਉਹ ਕੀ ਹੈ ਕਿ ਜੀਵ ਆਤਮਾ ਨੇ ਪਹਿਲਾਂ ਮਨ ਦਾ ਸੁਭਾਅ ਜਾਂ ਮਨ ਦੇ ਘਰ ਦਾ ਜਿਹੜਾ ਭੇਦ ਹੈ ਨਾ, ਉਹ ਚੰਗੀ ਤਰ੍ਹਾਂ ਬੁੱਝਣਾ ਹੈਗਾ ਕਿ ਮਨ ਅਸਲ ਦੇ ਵਿੱਚ ਹੈ ਕੀ। ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਮਨ ਇੱਕ ਅੜੀਅਲ ਘੋੜਾ ਵੀ ਆ, ਅਤੇ ਮਨ ਜਿਹੜਾ ਦਾ ਸੁਭਾਅ ਜਿਹੜਾ ਨਾ ਇੱਕ ਹਾਥੀ ਦੀ ਨਿਆਈ ਵੀ ਹੈ। ਜਿਵੇਂ ਹਾਥੀ ਦਾ ਜਿਹੜਾ ਸੁਭਾਅ ਹੈਗਾ ਕਿ ਉਹ ਜਦੋਂ ਵੀ ਕਿਤੇ ਇਸ਼ਨਾਨ ਕਰਦਾ ਕਿਸੇ ਨਦੀ ਦੇ ਵਿੱਚ, ਪਰ ਨਹਾ ਕੇ ਫਿਰ ਉਹ ਜਿਹੜੀ ਬਾਹਰ ਦੀ ਮਿੱਟੀ ਹੈਗੀ ਫਿਰ ਆਪਣੇ 'ਤੇ ਪਾ ਲੈਂਦਾ। ਮਨ ਦਾ ਸੁਭਾਅ ਵੀ ਇਹੋ ਹੀ ਆ ਕਿ ਮਨ ਨੂੰ ਜਿੰਨਾ ਕੋਈ ਮਰਜ਼ੀ ਸਮਝਾਵੇ, ਪਰ ਮੁੜ ਕੇ ਫਿਰ ਉਹ ਆਪਣੀ ਆਦਤ ਦੇ ਵਿੱਚ ਮਜਬੂਰ ਹੋ ਜਾਂਦਾ। ਦੂਸਰਾ, ਜਿਵੇਂ ਹਾਥੀ ਦਾ ਸੁਭਾਅ ਹੁੰਦਾ ਹੈਗਾ ਕਿ ਹਾਥੀ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ, ਖਾਣ ਦੇ ਹੋਰ ਹੈ,
ਇਸੇ ਤਰ੍ਹਾਂ ਫਿਰ ਜੀਵ ਨੂੰ ਪਤਾ ਲੱਗ ਜਾਂਦਾ ਕਿ ਮਨ ਦਾ ਜਿਹੜਾ ਜੋ ਕਹਿਣ ਦਾ ਤਰੀਕਾ ਹੋਰ ਹੈ ਅਤੇ ਕਰਨ ਦਾ ਤਰੀਕਾ ਹੋਰ ਹੈਗਾ। ਭਾਵ ਕਿ ਮਨ ਦਾ ਕੰਮ ਇਹ ਹੈ ਕਿ ਜੀਵ ਨੂੰ ਜਿਹੜਾ ਹੈਗਾ ਅਨੰਤ ਕਾਲ ਤੋਂ ਕਿਸੇ ਨਾ ਕਿਸੇ ਧੋਖੇ ਦੇ ਵਿੱਚ, ਕਿਸੇ ਨਾ ਕਿਸੇ ਭਰਮ ਦੇ, ਕਿਸੇ ਨਾ ਕਿਸੇ ਲੋਭ ਦੇ ਵਿੱਚ ਫਸਾ ਕੇ ਰੱਖਣਾ। ਸੋ ਤੀਸਰਾ, ਜਦ ਜੀਵ ਆ ਤਾਂ ਉਹਨੂੰ ਮਨ ਦੇ ਭੇਦ ਦਾ ਇਹ ਪਤਾ ਲੱਗ ਜਾਂਦਾ ਹੈਗਾ ਕਿ ਮਨ ਚਾਹੇ ਬੈਠਾ ਹੀ ਹੋਵੇ, ਜਿਵੇਂ ਹਾਥੀ ਬੈਠਾ ਹੋਵੇ, ਪਰ ਉਹਦੇ ਜਿਹੜੇ ਕੰਨ ਹੈਗੇ ਉਹ ਹਿਲਦੇ ਰਹਿੰਦੇ ਹੈ। ਇਸ ਤਰ੍ਹਾਂ ਮਨ ਚਾਹੇ ਸ਼ਾਹ ਲਾ ਕੇ ਚੁੱਪ ਕਰਕੇ ਬੈਠਾ ਹੁੰਦਾ, ਫਿਰ ਇਹ ਬੈਠਾ ਬੈਠਾ ਨਾ ਜੀਵ ਆਤਮਾ ਉਹਨੂੰ ਫਸਾਉਣ ਦੀਆਂ ਘਾੜਤਾਂ ਘੜਦਾ ਰਹਿੰਦਾ ਹੈਗਾ। ਚੌਥਾ, ਜਦ ਜੀਵ ਆਤਮਾ ਨੂੰ ਮਨ ਦਾ ਇਹ ਸੁਭਾਅ ਪਤਾ ਲੱਗ ਜਾਂਦਾ ਹੈ, ਜਿਵੇਂ ਹਾਥੀ ਜਿਹੜਾ ਹੈਗਾ ਉਹ ਕਾਮ ਵਾਸਨਾ ਦੇ ਜਿਹੜਾ ਅਧੀਨ ਹੋ ਜਾਂਦਾ ਹੈਗਾ, ਇਸੇ ਤਰ੍ਹਾਂ ਇਹਦੀਆਂ ਜੋ ਕਾਮਨਾ ਵੇਗ ਹੈਗੀਆਂ ਹਨ ਇਸ ਹਾਥੀ ਨੂੰ ਵਸ ਕਰਨ ਦੀਆਂ, ਉਹ ਫਿਰ ਜੀਵ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਮਨ ਦੇ ਭਰਮ ਨੂੰ ਮਨ ਦੇ ਭਰਮ ਦੇ ਨਾਲ ਹੀ ਕੱਟਿਆ ਜਾ ਸਕਦਾ ਹੈਗਾ। ਫਿਰ ਉਹ ਜਿਹੜੀ ਜੀਵ ਆਤਮਾ ਹੈ ਨਾ, ਉਹ ਮਨ ਦੇ ਉੱਤੇ ਜੋ ਹਥਿਆਰ ਚਲਾਉਂਦੀ ਹੈਗਾ ਉਹ ਇਸ ਢੰਗ ਦੇ ਨਾਲ ਚਲਾਉਂਦੀ ਹੈ ਕਿ ਮਨ ਨੂੰ ਫੁਸਲਾ ਕੇ, ਪਿਆਰ ਕਰਕੇ ਜਾਂ ਕਿਸੇ ਸੋਚ ਸਮਝ ਤਰੀਕੇ ਦੇ ਨਾਲ ਮਨ ਨੂੰ ਸਮਝਾ ਕੇ ਹੈ ਨਾ ਹੌਲੀ ਹੌਲੀ ਵਾਹਿਗੁਰੂ ਸ਼ਬਦ ਦੇ ਵੱਲ ਪ੍ਰੇਰ ਕੇ ਲਿਆਉਣਾ ਹੈਗਾ। ਇਹ ਫਿਰ ਜਿਹੜਾ ਹੈ ਨਾ ਜੀਵ ਆਤਮਾ ਇਹ ਕਰਦੀ ਹੈਗੀ ਆ। ਉਸ ਤੋਂ ਬਾਅਦ ਫਿਰ ਜੀਵ ਆਤਮਾ ਇਹਦੇ ਵਿੱਚ ਹੈ ਨਾ ਫਿਰ ਆਪਣਾ ਆਪ ਵੀ ਜਿਹੜਾ ਨਾ ਸੁਭਾਅ ਜਿਹੜਾ ਉਹ ਬਦਲਦੀ ਹੈਗੀ ਆ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਪਹਿਲਾਂ ਮਨ ਦੀਆਂ ਰੁਚੀਆਂ ਹੁੰਦੀਆਂ ਹਨ ਇਸ ਜੀਵ ਆਤਮਾ ਦੀ ਸਹਿਮਤੀ ਦੇ ਨਾਲ ਬਣੀਆਂ ਹੁੰਦੀਆਂ, ਉਹਨਾਂ ਰੁਚੀਆਂ ਨੂੰ ਜਿਹੜਾ ਘੱਟ ਕਰਦਾ। ਉਹ ਪਹਿਲੀ ਕੀ ਚੀਜ਼ ਹੁੰਦੀ, ਪਹਿਲੀ ਤਾਂ ਇਹਦੇ ਵਿੱਚ ਨਾ ਖੁਰਾਕ ਹੁੰਦੀ ਹੈ, ਕਿਉਂਕਿ ਜਿਵੇਂ ਖੁਰਾਕ ਦਾ ਖਾਸ ਕਰਕੇ ਬੋਲਬਾਲਾ ਹੁੰਦਾ ਹੈ ਕਿ ਜੈਸਾ ਅੰਨ ਵੈਸਾ ਮਨ। ਇਸ ਕਰਕੇ ਜੀਵ ਆਤਮਾ ਪਹਿਲਾਂ ਜਿਹੜੀ ਖਾਧੀ ਖੁਰਾਕ ਹੈ ਨਾ ਉਸ ਖੁਰਾਕ ਨੂੰ ਤਿਆਗਲੀ ਦੇ ਕੇ, ਖਾਸ ਕਰਕੇ ਤਮੋਗੁਣੀ ਖੁਰਾਕ ਦਾ ਇਹਦੇ ਵਿੱਚ ਤਿਆਗ ਕਰਨਾ ਬੜਾ ਜ਼ਰੂਰੀ ਆ। ਸੋ ਤਮੋਗੁਣੀ ਖੁਰਾਕ ਤੋਂ ਪਰਹੇਜ਼ ਕਰਨਾ ਚਾਹੀਦਾ। ਮਾਸ, ਮੱਛੀ ਅਤੇ ਅੰਡੇ, ਇਹਨਾਂ ਚੀਜ਼ਾਂ ਦਾ ਜਿਹੜਾ ਸੇਵਨ ਹੈਗਾ, ਇਹਨਾਂ ਚੀਜ਼ਾਂ ਦਾ ਸੇਵਨ ਜੀਵ ਆਤਮਾ ਨੂੰ ਤਿਆਗਣਾ ਪੈਣਾ ਹੈਗਾ। ਦੂਸਰਾ ਕੀ ਹੁੰਦਾ ਕਿ ਉਹਨੂੰ ਸਾਦੀ ਖੁਰਾਕ ਖਾਣ ਦੀ ਉਹਨਾਂ ਟਾਈਮਾਂ 'ਚ ਲੋੜ ਆ, ਜਿਵੇਂ ਫਲ, ਸਬਜ਼ੀਆਂ, ਦਹੀਂ, ਲੱਸੀ, ਗੰਢਾ, ਚਾਰ ਆਦਿ। ਇਹ ਜਿਹੜੀ ਹੈ ਨਾ ਖੁਰਾਕ ਹੈਗੀ ਆ, ਇਹ ਜੀਵ ਆਤਮਾ ਨੇ ਵਾਸਤੇ ਜ਼ਰੂਰੀ ਆ। ਫਿਰ ਅੱਗੇ ਕੀ ਹੈ ਕਿ ਘੱਟ ਖੁਰਾਕ ਖਾਣੀ ਹੈਗੀ ਅਤੇ ਭੁੱਖ ਰੱਖ ਕੇ ਖਾਣੀ ਆ। ਅਤੇ ਬਾਕੀ ਕੀ ਹੁੰਦਾ ਹੈ ਕਿ ਦੁੱਧ, ਦੇਸੀ ਘਿਓ, ਮੱਖਣ ਆਦਿ ਇਹਦਾ ਜਿਹੜਾ ਹੈ ਇਸਤੇਮਾਲ ਹੈ ਜੀਵ ਨੇ ਜਿਹੜਾ ਹੈਗਾ ਆਮ ਖੁਰਾਕ ਨਾਲੋਂ ਜ਼ਿਆਦਾ ਕਰਨਾ ਹੈਗਾ, ਕਿਉਂਕਿ ਇਸ ਮੱਖਣ ਦੇ ਘੀ ਦੀ ਵਰਤੋਂ ਦੇ ਨਾਲ ਜੀਵ ਆਤਮਾ ਨੂੰ ਜਿਹੜਾ ਇਸ ਚੀਜ਼ ਦਾ ਗਿਆਨ ਹੋ ਜਾਂਦਾ ਕਿ ਇਸ ਖੁਰਾਕ ਦੇ ਵਿੱਚ ਜਿਹੜੀਆਂ ਸ਼ਬਦ ਦੇ ਜਾਪ ਦੇ ਨਾਲ ਮੇਰੀ ਸ਼ਕਤੀ ਜਿਹੜੀ ਵਰਤ ਹੁੰਦੀ ਹੈ, ਉਹਦੇ ਨਾਲ ਜੋ ਨਾੜਾਂ ਖੁਸ਼ਕ ਹੁੰਦੀਆਂ ਹਨ, ਉਸ ਖੁਸ਼ਕੀ ਨੂੰ ਘੱਟ ਕਰਨ ਵਾਸਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਆ। ਅਤੇ ਬਾਕੀ ਕੀ ਚੀਜ਼ ਹੈ ਕਿ ਜਿੱਥੋਂ ਤੱਕ ਹੋ ਸਕੇ ਬਾਹਰ ਹੋਟਲਾਂ, ਰੇਹੜੀਆਂ ਤੋਂ ਆਦਿ ਜਿਹੜੀਆਂ ਹਨ ਤਲੀਆਂ ਚੀਜ਼ਾਂ ਇਹ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਜੋ ਵੀ ਖੁਰਾਕ ਖਾਣੀ ਆ ਜੀਵ ਆਤਮਾ ਨੇ ਘਰ ਦੀ ਜਿਹੜੀ ਹੈ ਉਹ ਰਸੋਈ ਤੋਂ ਹੀ ਜ਼ਿਆਦਾਤਰ ਜਿਹੜੀ ਹੈ ਆਪ ਛਕਣੀ ਆ। ਇੱਕ ਸਾਦਾ ਭੋਜਨ ਜਿਹੜਾ ਬਣ ਕੇ ਤਿਆਰ ਕਰਨਾ ਹੈਗਾ। ਸੋ ਇਸ ਤਰ੍ਹਾਂ ਹੈ ਨਾ ਇਹ ਜੀਵ ਆਤਮਾ ਦੀ ਜਿਹੜੀ ਹੈ ਨਾ ਇਹ ਪਹਿਲਾਂ ਇਹ ਤਿਆਰੀ ਹੋ ਜਾਂਦੀ ਆ। ਜਦ ਜੀਵ ਆਤਮਾ ਦੀ ਤਿਆਰੀ ਹੋ ਜਾਂਦੀ ਹੈ ਤਾਂ ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ। ਫਿਰ ਉਹਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਉਹਨੇ ਕਿਹੜੇ ਹਥਿਆਰ ਕਰਨੇ ਆ। ਸੋ ਪਹਿਲਾ ਜਿਹੜਾ ਹਥਿਆਰ ਹੈ ਨਾ ਜੀਵ ਆਤਮਾ ਦਾ ਸ਼ਬਦ ਰੂਪੀ, ਉਹ ਫਿਰ ਗੁਰੂ ਇਹਨੂੰ ਸਮਝਾਉਂਦਾ ਹੈ ਕਿ ਤੇਰਾ ਪਹਿਲਾ ਹਥਿਆਰ ਹੈ ਉਹ ਹੈ ਦ੍ਰਿੜਤਾ। ਸੋ ਜਿਹੜੀ ਦ੍ਰਿੜਤਾ ਹੈ ਜੀਵ ਆਤਮਾ ਦੇ ਅੰਦਰ ਹੈਗੀ ਇਹ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਕਿਉਂਕਿ ਇਹਨੂੰ ਦ੍ਰਿੜਤਾ ਵਾਲੇ ਸ਼ਬਦਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਪੈਣਾ ਹੈਗਾ ਤਾਂ ਜੋ ਇਹਦੇ ਅੰਦਰ ਦ੍ਰਿੜਤਾ ਜਿਹੜੀ ਪਰਪੱਕ ਹੋ ਸਕੇ ਅਤੇ ਇਹਨੂੰ ਜਿਹੜਾ ਹੈ ਨਾ ਪਤਾ ਲੱਗ ਸਕੇ ਕਿ ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਇਹੋ ਜਿਹੇ ਸ਼ਬਦ ਜਿਹੜੇ ਆ ਮਨ 'ਚ ਵਸਾਉਣੇ ਜਿਹੜੇ ਹੈ ਜੀਵ ਆਤਮਾ ਨੂੰ ਪੈਣੇ ਆ। ਇਹਨਾਂ ਸ਼ਬਦਾਂ ਦੇ ਭਾਵਾਂ ਤੋਂ ਜੀਵ ਆਤਮਾ ਨੂੰ ਜਾਣੂ ਹੋਣਾ ਪੈਣਾ ਹੈਗਾ। ਜਿਵੇਂ ਹੋਰ ਆਪਾਂ ਸ਼ਬਦ ਲੈਂਦੇ ਕਬੀਰ, ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਇਸੇ ਤਰ੍ਹਾਂ ਫਰੀਦਾ ਗਲੀਏ ਚੱਕੜ ਦੂਰ ਕਰ ਨਾਲ ਪਿਆਰੇ ਨੇਹੋਂ, ਚਲਾਂ ਤੇ ਭਿੱਜੇ ਕੰਬਲੀ ਰਾਹਾਂ 'ਚ ਟੁੱਟੇ ਨੇਹਾਂ। ਇਹ ਸ਼ਬਦਾਂ ਦਾ ਗਿਆਨ ਜੀਵ ਆਤਮਾ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲੈਣਾ ਚਾਹੀਦਾ ਹੈ ਤਾਂ ਜੋ ਫਿਰ ਮੁਸ਼ਕਲ ਆਉਣ ਦੇ ਉੱਤੇ ਹੈ ਨਾ ਇਹਨਾਂ ਸ਼ਬਦਾਂ ਦੀ ਸਹਾਇਤਾ ਦੇ ਨਾਲ ਉਹਦੇ ਅੰਦਰ ਦ੍ਰਿੜਤਾ ਸ਼ਕਤੀ ਜਿਹੜੀ ਹੈ ਨਾ ਬਰਾਬਰ ਭਰੀ ਰਹੇ। ਸਰ ਜਦ ਜੀਵ ਪੂਰੀ ਤਰ੍ਹਾਂ ਹੈ ਨਾ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਜਿਹੜੀ ਜੀਵ ਰੂਪੀ ਆਤਮਾ ਹੈਗੀ ਆ, ਫਿਰ ਜਦ ਉਹ ਵੈਖਰੀ ਬਾਣੀ ਦੇ ਵਿੱਚ ਸ਼ੁਰੂਆਤ ਕਰਦੀ ਹੈ। ਸੋ ਉਹਨੂੰ ਇਸ ਵਾਹਿਗੁਰੂ ਸ਼ਬਦ ਨੂੰ ਕਿਵੇਂ ਚਲਾਉਣਾ ਹੈ ਇਹਦੇ ਅੰਦਰ ਇਹਦੀ ਕਲਾ ਜਿਹੜੀ ਹੈ ਨਾ ਫਿਰ ਗੁਰੂ ਸਿਖਾਉਂਦਾ ਹੈ। ਫਿਰ ਉਹਨੂੰ ਦੱਸਦਾ ਹੈਗਾ ਕਿ ਤੂੰ ਵਾਹਿਗੁਰੂ ਸ਼ਬਦ ਕਿਸ ਤਰ੍ਹਾਂ ਜਪਣਾ ਹੈਗਾ। ਸੋ ਆਓ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਫਿਰ ਗੁਰੂ ਉਹਨੂੰ ਸਮਝਾਉਂਦਾ ਹੈ ਕਿ ਹਰ ਕਾ ਬਿਲੋਬ ਨਾ ਬਿਲੋਬੂ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ।
ਕਿ ਜਦੋਂ ਵੀ ਜੰਗ ਕਰਨੀ ਹੈ ਵਾਹਿਗੁਰੂ ਸ਼ਬਦ ਦੀ ਜਿਹੜੀ ਹੈਗੀ ਉਹ ਚੰਡੀ ਲੈ ਕੇ ਮਨ ਦੇ ਨਾਲੋਂ ਕੱਟਣਾ ਹੈਗਾ। ਤੇ ਇਹਦਾ ਚੰਡੀ ਦਾ ਮਾਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਸਹਿਜ। ਸੋ ਸਹਿਜ ਜਿਹੜਾ ਹੈ ਨਾ ਇਹਦੇ ਵਿੱਚ ਸਭ ਤੋਂ ਵੱਡਾ ਗੁਣ ਹੈਗਾ, ਕਿਉਂਕਿ ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਕਿ ਸਹਿਜ ਬੁਲਾਉਣ ਦੇ ਨਾਲ ਇਸ ਜੰਗ ਦੇ ਵਿੱਚ ਸਹਿਜ ਭਾਵਨਾ ਲੜਨ ਦੇ ਨਾਲ ਜੀਵ ਆਪਣਾ ਮਕਸਦ ਆਪਣੀ ਮੰਜ਼ਿਲ ਨੂੰ ਆਪਣੇ ਹਿਰਦੇ ਦੇ ਵਿੱਚ ਜਿਹੜਾ ਉਹ ਸੰਭਾਲ ਕੇ ਚੱਲਦਾ ਹੈਗਾ। ਇਸੇ ਕਰਕੇ ਗੁਰਬਾਣੀ ਨੇ ਇਹ ਸਾਰੇ ਭੇਦ ਜੀਵ ਨੂੰ ਖੋਲ੍ਹੇ ਆ ਕਿ ਹਰ ਕਾ ਬਲੋਬ ਨਾ ਬਲੋਬ ਮੇਰੇ ਭਾਈ, ਸਹਿਜ ਬਲੋਬ ਜੈਸੇ ਤਤ ਨਾ ਜਾਈ, ਤਨ ਕਰ ਮਟਕੀ ਮਨ ਮੈਂ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, ਹਰ ਕਾ ਬਲੋਬ ਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਤਾਰਾ, ਕੋਹ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਸੰਗ ਉਤਰੇ ਪੀਰਾ। ਇਹ ਸਾਰੇ ਹੈ ਨਾ ਭੇਦ ਜਿਹੜੇ ਹੈਗੇ ਆ, ਇਹ ਗੁਰੂ ਸਾਹਿਬ ਜਿਹੜੇ ਹੈ ਨਾ ਇਸ ਸਿੱਖ ਨੂੰ ਸਹਿਜ ਦੇ ਵਿੱਚ ਜਿਹੜੇ ਹੈ ਉਹ ਗ੍ਰਹਿਣ ਕਰਾ ਦਿੰਦੇ ਆ। ਫਿਰ ਜਦ ਪਹਿਲੀ ਜੰਗ ਹੁੰਦੀ ਆ, ਇਸ ਜੰਗ ਦੇ ਵਿੱਚ ਫਿਰ ਜੀਵ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸਹਿਜ ਵਾ ਨਾ, ਇਹ ਸਹਿਜ ਰੂਪੀ ਜਿਹੜੀ ਕਿਰਪਾਨ ਸ਼ਬਦ ਰੂਪੀ ਗੁਰੂ ਸਾਹਿਬ ਨੇ ਉਹਦੇ ਹੱਥ 'ਚ ਫੜਾਈ ਆ, ਇਹਦੇ ਪਿੱਛੇ ਕਿੰਨੇ ਭਾਰੇ ਭੇਦ ਛੁਪੇ ਆ। ਫਿਰ ਉਹਨੂੰ ਪਤਾ ਲੱਗ ਜਾਂਦਾ ਇਸ ਜੰਗ ਦੇ ਵਿੱਚ ਕਿ ਸਹਿਜ ਇੱਕ ਮਸਤੀ ਆ, ਇੱਕ ਹੁਲਾਰਾ ਹੈਗਾ, ਇੱਕ ਟਿਕਾਓ ਹੈ ਮਨ ਦਾ। ਕਿਉਂਕਿ ਸਹਿਜ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਜਪਦਿਆਂ ਜੀਵ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਕਿ ਇਹ ਜਿਹੜੀ ਰਸਨਾ ਹੈਗੀ ਆ, ਇਸ ਰਸਨਾ ਦਾ ਘੱਟ ਜ਼ੋਰ ਲੱਗਦਾ ਹੈ। ਕਿਉਂ ਘੱਟ ਜ਼ੋਰ ਲੱਗਦਾ ਹੈ? ਕਿਉਂਕਿ ਰਸਨਾ ਦੇ ਅੰਦਰ ਜਿਹੜੀ ਬੋਲਣ ਦੀ ਸ਼ਕਤੀ ਆ ਉਹ ਘੱਟ ਖਰਚੇ ਤੇ ਘੱਟ ਰਫ਼ਤਾਰ ਦੇ ਨਾਲ ਜਿਹੜੀ ਚੱਲਦੀ ਆ। ਦੂਸਰਾ ਕੀ ਆ ਕਿ ਇਹਦੇ ਨਾਲ ਰਸਨਾ ਦੇ ਅੰਦਰ ਥਕਾਵਟ ਘੱਟ ਹੁੰਦੀ ਆ। ਤੀਸਰਾ ਕੀ ਆ ਕਿ ਰਸਨਾ ਦੀ ਜਿਹੜੀ ਊਰਜਾ ਸ਼ਕਤੀ ਆ ਨਾ, ਉਹ ਘੱਟ ਬੋਲਣ ਦੇ ਨਾਲ ਬਹੁਤ ਘੱਟ ਗਰਮ ਹੁੰਦੀ ਆ। ਤੇ ਅਗਲਾ ਕੀ ਹੈ ਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਘੱਟ ਬੋਲਣ ਦੇ ਨਾਲ ਸਹਿਜ ਦੇ ਵਿੱਚ ਬੋਲਣ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਕਰਨ ਦੇ ਨਾਲ ਜਿਹੜੀਆਂ ਇਹ ਸੂਖਮ ਨਾੜਾਂ ਹਨ ਜਿਹੜੀਆਂ ਰਸਨਾ ਦੀਆਂ ਹੈ, ਇਹਨਾਂ ਦੇ ਅੰਦਰ ਹੈ ਨਾ ਜਿਹੜੀ ਖੁਸ਼ਕੀ ਹੈਗੀ ਆ ਇਹ ਘੱਟ ਮਾਤਰਾ ਵਿੱਚ ਹੁੰਦੀ ਆ। ਪਰ ਇਹਦੇ ਉਲਟ ਜੀਵ ਨੂੰ ਵੀ ਪਤਾ ਲੱਗ ਜਾਂਦਾ ਕਿ ਅਗਰ ਉਹ ਤੇਜ਼ੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਜਪੇਗਾ ਤੇ ਤੇਜ਼ੀ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਜਪਣ ਦੇ ਨਾਲ ਪਹਿਲਾਂ ਤਾਂ ਕੀ ਹੋਆ ਕਿ ਰਸਨਾ ਦੀ ਜਿਹੜੀ ਹੈ ਨਾ ਬੋਲਣ ਦੀ ਸ਼ਕਤੀ ਆ ਇਹ ਛੇਤੀ ਖਰਚ ਹੋ ਜਾਂਦੀ। ਇਹਦੇ ਨਾਲ ਕੀ ਹੁੰਦਾ ਕਿ ਜਲਦੀ ਥਕੇਵਾਂ ਤੇ ਥਕਾਵਟ ਰਸਨਾ ਨੂੰ ਹੋ ਜਾਂਦੀ ਆ। ਤੀਸਰਾ ਕੀ ਹੁੰਦਾ ਕਿ ਰਸਨਾ ਥਕਾਵਟ ਜਲਦੀ ਹੋਣ ਕਰਕੇ ਨਸਾਂ ਦੇ ਅੰਦਰ ਜਿਹੜੀ ਖੁਸ਼ਕੀ ਹੈਗੀ ਉਹ ਛੇਤੀ ਬਣਦੀ ਆ। ਤੇ ਚੌਥਾ ਕੀ ਹੈ ਕਿ ਊਰਜਾ ਜਿਹੜੀ ਹੈ ਨਾ ਇਹਦੇ ਅੰਦਰ ਉਹ ਛੇਤੀ ਗਰਮ ਹੋ ਜਾਂਦੀ ਆ। ਤੇ ਗਰਮੀ ਵਧਣ ਦੇ ਨਾਲ ਕੀ ਹੁੰਦਾ ਕਿ ਰਸਨਾ ਦਾ ਜ਼ੋਰ ਜ਼ਿਆਦਾ ਲੱਗਦਾ ਹੈ। ਤੇ ਜਦ ਰਸਨਾ ਜ਼ੋਰ ਨਾਲ ਬੋਲਦੇ ਅਸੀਂ ਵਾਹਿਗੁਰੂ ਸ਼ਬਦ ਤੇ ਵਾਹਿਗੁਰੂ ਦੇ ਬੋਲਣ ਦੀ ਜਿਹੜੀ ਸ਼ਬਦਾਵਲੀ ਆ, ਫਿਰ ਇਹਦੇ ਅੰਦਰ ਜਿਹੜਾ ਆਵਾਜ਼ ਦੇ ਅੰਦਰ ਫਰਕ ਪੈ ਜਾਂਦਾ ਹੈਗਾ। ਫਿਰ ਇਹ ਜੀਵ ਨੂੰ ਜਿਹੜਾ ਨਾਲੋਂ ਨਾਲ ਗਿਆਨ ਜਿਹੜਾ ਹੈ ਨਾ ਉਹ ਆਪਣੇ ਆਪ ਹੁੰਦਾ ਰਹਿੰਦਾ ਹੈਗਾ। ਸੋ ਜਦ ਜੀਵ ਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਫਿਰ ਉਹਨੂੰ ਸਹਿਜ ਦੀ ਜਿਹੜੀ ਹੈ ਨਾ ਵਿਸ਼ੇਸ਼ਤਾ ਹੈਗੀ ਆ ਇਹ ਪੂਰੀ ਤਰ੍ਹਾਂ ਪਤਾ ਲੱਗ ਜਾਂਦੀ ਹੈ। ਪਰ ਇਸ ਜੰਗ ਦੇ ਵਿੱਚ ਫਿਰ ਜਦ ਜਿਹੜਾ ਮਨ ਹੈਗਾ ਆਪਣੀ ਪੂਰੀ ਜ਼ੋਰ ਦੇ ਨਾਲ ਪੂਰੇ ਵੇਗ ਦੇ ਨਾਲ ਇਸ ਜੀਵ ਦੇ ਉੱਪਰ ਹਮਲਾ ਕਰਦਾ ਹੈਗਾ ਤਾਂ ਪਹਿਲਾਂ ਕੀ ਹੁੰਦਾ ਹੈਗਾ ਕਿ ਜਦ ਮਨ ਹਮਲਾ ਕਰਦਾ ਹੈਗਾ ਇਸ ਹਮਲੇ ਦੇ ਵਿੱਚ ਜਿਹੜੀ ਹੈ ਨਾ ਪਹਿਲਾਂ ਜ਼ੋਰਦਾਰ ਝੱਖੜ ਤੇ ਹਨੇਰੀ ਵਗਦੀ ਹੈ। ਉਹ ਕੀ ਹੁੰਦੀ ਹੈ? ਉਹ ਪਹਿਲਾਂ ਹੈ ਨਾ ਖਿਆਲਾਂ ਦੀ ਸ਼ਕਲ ਦੇ ਵਿੱਚ ਆਉਂਦੀ ਆ। ਸੋ ਇਹ ਜਿਹੜੇ ਨਾ ਖਿਆਲ ਆਉਂਦੇ ਆ ਇਸ ਵੈਖਰੀ ਜਪ ਦੇ ਵਿੱਚ, ਉਹ ਕੀ ਆ ਕਿ ਪਹਿਲਾਂ ਤਾਂ ਮਨ ਜਿਹੜਾ ਹੈ ਨਾ ਇਹ ਜੀਵ ਨੂੰ ਭਰਮਾਉਣ ਲੱਗਦਾ ਹੈਗਾ। ਉਹਦੇ ਵਿੱਚ ਕੀ ਖਿਆਲ ਆ ਜਾਂਦੇ ਆ ਕਿ ਇਸ ਜੀਵ ਨੂੰ ਮਨ ਇਸ ਢੰਗ ਨਾਲ ਭਰਮਾਉਂਦਾ ਹੈਗਾ ਕਿ ਇਹ ਜਿਹੜਾ ਤੂੰ ਕਦਮ ਚੁੱਕਣ ਲੱਗਾ ਹੈਗਾ, ਜਿਹੜੇ ਰਸਤੇ ਤੂੰ ਚੱਲਣ ਲੱਗਾ ਹੈਗਾ, ਪਹਿਲੀ ਤਾਂ ਗੱਲ ਇਹ ਹੈ ਕਿ ਇਸ ਰਸਤੇ ਦੇ ਉੱਤੇ ਕੋਈ ਪਹੁੰਚਿਆ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਅਗਰ ਤੂੰ ਮੰਨ ਵੀ ਲਵੇਂਗਾ ਅਗਰ ਉਹ ਪਹੁੰਚਿਆ ਹੈਗਾ ਤੇ ਫਿਰ ਤੈਨੂੰ ਆਪਣਾ ਨਹੀਂ ਪਤਾ ਕਿ ਤੂੰ ਇਸ ਰਸਤੇ 'ਤੇ ਚੱਲ ਸਕੇਗਾ ਜੇ ਨਹੀਂ ਚੱਲ ਸਕੇਗਾ। ਅੱਜ ਤੱਕ ਜਿੰਨੇ ਵੀ ਹੋਏ ਆ ਵੱਡੇ ਜਿਹੜੇ ਆਪਣੇ ਆਪ ਨੂੰ ਸੂਰਬੀਰ ਕਹਾਉਂਦੇ ਆ, ਉਹ ਵੀ ਇਸ ਰਸਤੇ ਦੇ ਵਿੱਚ ਹੀ ਜਿਹੜਾ ਹੈ ਵਿੱਚੇ ਹੀ ਫਸ ਕੇ ਤੇ ਵਿੱਚੇ ਹੀ ਜਿਹੜਾ ਹੈ ਨਾ ਉਹ ਖਤਮ ਹੋ ਗਿਆ। ਉਹਨੂੰ ਇਹ ਵੀ ਜਿਹੜਾ ਮਨ ਸਮਝਾਉਂਦਾ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਜਿਹੜੇ ਦੇਵੀ ਦੇਵਤੇ ਆ ਉਹਨਾਂ ਤੋਂ ਵੀ ਜਿਹੜੀ ਹੈ ਨਾ ਇਹ ਚੀਜ਼ ਜਿੱਤੀ ਨਹੀਂ ਜਾਂਦੀ ਹੈਗੀ ਤਾਂ ਤੂੰ ਕਿਸ ਭਾਗ ਦੀ ਮੂਲੀ ਆ।
ਜਦ ਮਨ ਇਸ ਤਰ੍ਹਾਂ ਦੇ ਖਿਆਲ ਲਿਆ ਕਿ ਜੀਵ ਆਤਮਾ ਨੂੰ ਆਪਣੇ ਸੁਝਾਅ ਪੇਸ਼ ਕਰਦਾ ਹੈਗਾ। ਪਰ ਉਸ ਟਾਈਮ ਅਗਰ ਜੀਵ ਆਤਮਾ ਆਪਣੇ ਪੂਰੇ ਸੁਚੇਤਤਾ ਦੇ ਵਿੱਚ ਹੋਵੇ, ਪੂਰੇ ਗਿਆਨ ਦੇ ਵਿੱਚ ਹੋਵੇ, ਫਿਰ ਉਹ ਜੀਵ ਆਤਮਾ ਜਿਹੜੀ ਹੈਗੀ ਆ ਮਨ ਦੇ ਇਹਨਾਂ ਦਿੱਤੇ ਹੋਏ ਸੁਝਾਵਾਂ ਨੂੰ ਬਿਲਕੁਲ ਨਹੀਂ ਮੰਨਦੀ, ਬਿਲਕੁਲ ਇਗਨੋਰ ਕਰ ਦਿੰਦੀ ਆ। ਉਹਨੂੰ ਪਤਾ ਲੱਗਦਾ ਹੈ ਕਿ ਮਨ ਮੇਰੇ ਨਾਲ ਸਦੀਆਂ ਤੋਂ ਧੋਖਾ ਕਰਦਾ ਆ ਰਿਹਾ ਹੈਗਾ। ਇਸ ਧੋਖੇ ਦੇ ਵਿੱਚ ਮਨ ਨੇ ਮੈਨੂੰ ਆਪਣੇ ਅਸਲ ਸਰੂਪ ਤੋਂ ਕੋਹਾਂ ਦੂਰ ਰੱਖਿਆ ਹੈ, ਅਤੇ ਇਹ ਜਿਹੜੀਆਂ ਮਨ ਦੇ ਸੁਭਾਅ ਹੈਗੇ ਆ, ਇਸ ਮਾਇਆ ਰੂਪੀ ਛਲ ਦੇ ਨਾਲ ਜਿਹੜੀ ਮਨ ਦੀ ਇੱਕ ਸੁਰਤਾ ਜਿਹੜੀ ਉਹ ਬਣੀ ਉਹ ਹੈਗੀ ਆ। ਬਸ ਇਸ ਇੱਕ ਸੁਰਤਾ ਨੂੰ ਬਦਲਣਾ ਹੈਗਾ, ਅਤੇ ਮਨ ਦਾ ਸੁਭਾਅ ਜਿਹੜਾ ਹੈ ਨਾ ਇਸ ਮਾਇਆ ਦੀ ਇੱਕ ਸੁਰਤਾ ਤੋਂ ਬਦਲ ਕੇ ਪਰਮੇਸ਼ਰ ਵੱਲ ਲਾਉਣਾ ਹੈਗਾ। ਫਿਰ ਜੀਵ ਦੀ ਜਿਹੜੀ ਹੈ ਨਾ ਕੋਸ਼ਿਸ਼ ਆ ਇਹੋ ਹੀ ਰਹਿੰਦੀ ਆ। ਪਰ ਉੱਧਰੋਂ ਜਿਹੜਾ ਹੈ ਨਾ ਮਨ ਹੈਗਾ ਜਦ ਉਹ ਆਪਣਾ ਜ਼ੋਰ ਪਾਉਂਦਾ ਹੈਗਾ, ਇਸ ਕਰਕੇ ਜੀਵ ਆਤਮਾ ਜਿਹੜੀ ਆ ਮਨ ਦੇ ਇਹਨਾਂ ਦਿੱਤੇ ਸੁਝਾਵਾਂ ਤੋਂ ਬਿਲਕੁਲ ਨਹੀਂ ਘਬਰਾਉਂਦੀ। ਜਦ ਘਬਰਾਉਂਦੀ ਨਹੀਂ, ਫਿਰ ਮਨ ਜਿਹੜਾ ਆਪਣਾ ਰੂਪ ਬਦਲ ਕੇ ਆਪਣੇ ਜਰਨੈਲਾਂ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਫਿਰ ਜ਼ੋਰਦਾਰ ਹਮਲੇ ਕਰਦਾ। ਜਦ ਇਸ ਵੈਖਰੀ ਜਪ ਦੇ ਵਿੱਚ ਮਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਜ਼ੋਰਦਾਰ ਹਮਲੇ ਕਰਦਾ ਹੈਗਾ, ਅਤੇ ਇਸ ਹਮਲਿਆਂ ਦੇ ਵਿੱਚ ਜੀਵ ਆਤਮਾ ਕਈ ਵਾਰੀ ਹਾਰ ਵੀ ਜਾਂਦੀ ਹੈ। ਪਰ ਸਮਾਂ ਪਾ ਕੇ ਜਦ ਉਹਨੂੰ ਜੀਵ ਆਤਮਾ ਨੂੰ ਪਤਾ ਹੈਗਾ ਕਿ ਮੈਂ ਇਹ ਜੰਗ ਦੇ ਮੈਦਾਨ ਦੇ ਅੰਦਰ ਚਾਹੇ ਡਿੱਗ ਪਵਾਂ, ਚਾਹੇ ਲਹੂ ਲਹਾਨ ਹੋ ਜਾਵਾਂ, ਪਰ ਮੈਂ ਇਸ ਜੰਗ ਦੇ ਮੈਦਾਨ ਦੇ ਵਿੱਚੋਂ ਬਾਹਰ ਨਹੀਂ ਹੋਊਂਗਾ। ਸੋ ਫਿਰ ਗੁਰੂ ਜਿਹੜਾ ਹੈ ਉਸ ਨੂੰ ਫਿਰ ਦੁਬਾਰਾ ਥਾਪੀ ਦਿੰਦਾ ਹੈਗਾ, ਇਸ ਜੀਵ ਆਤਮਾ ਨੂੰ ਦੁਬਾਰਾ ਹੌਸਲਾ ਦਿੰਦਾ। ਇਸ ਹੌਸਲੇ ਦੇ ਵਿੱਚ ਫਿਰ ਜੀਵ ਆਤਮਾ ਜਿਹੜੀ ਹੈਗੀ ਆ ਉਹ ਦੁਬਾਰਾ ਮਨ ਦੇ ਇਹਨਾਂ ਹਮਲਿਆਂ ਤੋਂ ਬਿਲਕੁਲ ਨਹੀਂ ਘਬਰਾਉਂਦੀ। ਫਿਰ ਉਹਨੂੰ ਪਤਾ ਲੱਗ ਜਾਂਦਾ ਹੈਗਾ ਕਿ ਮਨ ਜਿੰਨੇ ਮਰਜ਼ੀ ਹਮਲੇ ਕਰੇ, ਇਹਨਾਂ ਹਮਲਿਆਂ ਦੇ ਪਿੱਛੇ ਜਿਹੜਾ ਹੈ ਨਾ ਜੋ ਮਨ ਦਾ ਜੋ ਨਿਸ਼ਚਾ ਹੈਗਾ, ਜੋ ਮਨ ਦਾ ਸੰਕਲਪ ਜਾਂ ਵਿਚਾਰ ਹੈਗਾ, ਉਹ ਇਹੀ ਆ ਕਿ ਜੀਵ ਆਤਮਾ ਆਪਣਾ ਜੋ ਨਿੱਜ ਸਰੂਪ ਹੈ ਨਾ ਉਹਨੂੰ ਪਹਿਚਾਣ ਨਾ ਸਕੇ। ਸੋ ਇਸ ਕਰਕੇ ਜਿਹੜਾ ਜੀਵ ਆਤਮਾ ਹੈਗਾ ਉਹਨੂੰ ਪਤਾ ਹੈਗਾ ਕਿ ਇਹ ਵਾਹਿਗੁਰੂ ਸ਼ਬਦ ਦੀ ਕਟਾਰ ਦੇ ਨਾਲ, ਵਾਹਿਗੁਰੂ ਸ਼ਬਦ ਦੀ ਖੜਕ ਦੇ ਨਾਲ ਹੀ ਮਨ ਨੂੰ ਜਿਹੜਾ ਹੈਗਾ ਬੁਰੀ ਤਰ੍ਹਾਂ ਕੁੱਟਿਆ ਜਾ ਸਕਦਾ ਹੈ, ਕੁੱਟ ਕੇ ਜਿਹੜਾ ਹੈਗਾ ਨਾ ਇਸ ਪਾਸੇ ਮੋੜਿਆ ਜਾ ਸਕਦਾ ਹੈਗਾ। ਇਸ ਕਰਕੇ ਜਦ ਮਨ ਦੇਖ ਲੈਂਦਾ ਹੈਗਾ ਕਿ ਜਿਹੜਾ ਜੀਵ ਆਤਮਾ ਹੈਗਾ ਫਿਰ ਮੋਰੇ ਪੂਰੇ ਜ਼ੋਰ ਦੇ ਨਾਲ ਸ਼ਬਦ ਰੂਪੀ ਖੜਕ ਦੇ ਨਾਲ ਜਦ ਇਹ ਮੈਦਾਨੇ ਜੰਗ ਦੇ ਵਿੱਚ ਫਿਰ ਲੜਦਾ ਹੈ ਨਾ, ਫਿਰ ਜਿਹੜਾ ਮਨ ਹੈਗਾ ਇਹ ਵਾਹਿਗੁਰੂ ਸ਼ਬਦ ਦੇ ਜਾਪ ਨੂੰ ਜਿਹੜਾ ਹੈ ਨਾ ਆਪਣੇ 'ਤੇ ਬੋਝ ਸਮਝਦਾ ਹੈਗਾ। ਫਿਰ ਇਸ ਜਾਪ ਤੋਂ ਦੂਰੋਂ ਜਿਹੜਾ ਜਦ ਭੱਜਦਾ ਹੈਗਾ, ਕਿਉਂਕਿ ਮਨ ਜਿਹੜਾ ਹੈਗਾ ਸ਼ੁਰੂ ਤੋਂ ਦੁਨਿਆਵੀ ਰਸਾਂ ਕਸਾਂ ਦੇ ਸਵਾਦਾਂ ਦਾ ਆਦੀ ਹੋ ਗਿਆ ਹੁੰਦਾ ਹੈਗਾ, ਅਤੇ ਇਹ ਆਦੀ ਹੋਣ ਕਰਕੇ ਹੈ ਨਾ ਫਿਰ ਇਹਦਾ ਇੱਕ ਸੁਭਾਅ ਹੈਗਾ ਕਿ ਇਹਦਾ ਸੁਭਾਅ ਅੜੀਅਲ ਘੋੜੇ ਵਾਂਗੂ ਹੋ ਜਾਂਦਾ ਹੈਗਾ। ਸੋ ਜਦ ਮਨ ਅੜੀਅਲ ਘੋੜੇ ਵਾਲਾ ਸੁਭਾਅ ਕਈ ਵਾਰੀ ਵਰਤਦਾ ਹੈਗਾ, ਅਤੇ ਫਿਰ ਜਿਹੜੇ ਜੀਵ ਆਤਮਾ ਹੈਗੀ ਆ ਉਸ ਟਾਈਮ ਜਦ ਮਨ ਦੇ ਉੱਤੇ ਹਮਲਾ ਕਰਦੀ ਆ, ਉਹਨੂੰ ਪਤਾ ਹੈਗਾ ਕਿ ਇਹਨਾਂ ਹਮਲਿਆਂ ਦੇ ਨਾਲ ਮਨ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਨਹੀਂ ਭਿੱਜਦਾ ਹੈਗਾ। ਫਿਰ ਜੀਵ ਆਤਮਾ ਜਿਹੜੀ ਹੈ ਨਾ ਉਹ ਆਪਣੀ ਜੋ ਯੁਕਤੀ ਹੈਗੀ ਆ ਉਸ ਨੂੰ ਫਿਰ ਬਦਲ ਕੇ ਹੈ ਨਾ ਫਿਰ ਹੋਰ ਢੰਗ ਦੇ ਨਾਲ ਮਨ ਦੇ ਨਾਲ ਜਿਹੜਾ ਹੈ ਨਾ ਲੜਨ ਦਾ ਤਰੀਕਾ ਬਣਾਉਂਦੀ ਆ। ਉਹਦੇ ਵਿੱਚ ਕੀ ਆ ਕਿ ਉਹ ਮਨ ਨੂੰ ਬੜੇ ਪਿਆਰ ਦੇ ਨਾਲ ਫੁਸਲਾ ਕੇ, ਸਮਝਾ ਕੇ, ਪ੍ਰੇਰ ਕੇ ਹੈ ਨਾ ਫਿਰ ਜਦ ਸ਼ਬਦ ਦੇ ਬਲ ਲਾਉਂਦੀ ਆ। ਜਦ ਮਨ ਜਿਹੜਾ ਹੈਗਾ ਉਹ ਸ਼ਬਦ ਦੇ ਬਲ ਜਿਹੜਾ ਉਹ ਲੱਗਦਾ ਹੈਗਾ ਜਾਂ ਇਸ ਪਾਸੇ ਨੂੰ ਥੋੜ੍ਹਾ ਜਿਹਾ ਖਿੱਚਿਆ ਜਾਂਦਾ ਹੈ ਨਾ, ਫਿਰ ਜੀਵ ਆਤਮਾ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਮਨ ਚਾਹੇ ਖਿੱਚਿਆ ਗਿਆ ਹੈ ਪਰ ਅਜੇ ਵੀ ਇਹਦਾ ਜਿਹੜਾ ਸੁਭਾਅ ਹੈ ਨਾ ਉਹ ਹਾਥੀ ਵਰਗਾ ਹੈ। ਹੁਣ ਹਾਥੀ ਵਰਗਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ, ਜਿਵੇਂ ਹਾਥੀ ਦਾ ਕੰਮ ਹੈ ਕਿ ਉਹਨੂੰ ਜਿੰਨਾ ਪਾਣੀ ਦੇ ਵਿੱਚ ਇਸ਼ਨਾਨ ਕਰਾ ਲਓ, ਨਹਾ ਲਓ, ਉਹਨੇ ਫਿਰ ਆਪਣੇ ਉੱਪਰ ਮਿੱਟੀ ਸਿੱਟਣੀ ਆ। ਫਿਰ ਮਨ ਵੀ ਜਿਹੜਾ ਹੈ ਨਾ ਇਸ ਚੀਜ਼ ਨੂੰ ਵਰਤਦਾ ਹੈਗਾ, ਕਿਉਂਕਿ ਮਨ ਦਾ ਸੁਭਾਅ ਹਾਥੀ ਦੇ ਵਾਂਗੂ ਹੋਣ ਕਰਕੇ ਇਹਦੇ ਜਿਹੜੇ ਖਾਣ ਦੇ ਦੰਦ ਵਾ ਹੋਰ ਵਾ ਅਤੇ ਦਿਖਾਉਣ ਦੇ ਹੋਰ ਹੈ। ਸੋ ਇਹ ਵੀ ਇੱਕ ਮਨ ਜਿਹੜਾ ਹੈ ਨਾ ਆਪਣੀ ਜੋ ਅੰਦਰਲੀ ਚਾਲ ਚਲਾਉਂਦਾ ਹੈਗਾ ਜੀਵ ਆਤਮਾ ਤੋਂ ਛਡਾਉਣ ਵਾਸਤੇ, ਉਹਦੇ ਵਿੱਚ ਜਿਹੜਾ ਹੈ ਨਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਨਾ ਉਹ ਯੁਕਤੀ ਮਨ ਜਦ ਵਰਤਦਾ ਹੈਗਾ। ਪਰ ਜੀਵ ਆਤਮਾ ਗੁਰੂ ਦੀ ਕਿਰਪਾ ਦੇ ਨਾਲ ਸਿਆਣੀ ਹੋ ਜਾਂਦੀ ਆ। ਸਿਆਣੀ ਹੋ ਕੇ ਮਨ ਦੀ ਇਸ ਯੁਕਤ ਨੂੰ ਪਛਾਣਦੀ ਹੈ। ਉਹਨੂੰ ਪਤਾ ਹੈਗਾ ਕਿ ਮਨ ਚਾਹੇ ਚੁੱਪ ਕਰਕੇ ਕਈ ਵਾਰ ਹਾਥੀ ਵਾਂਗੂ ਸ਼ਾਂਤ ਹੋ ਕੇ ਬੈਠ ਵੀ ਜਾਵੇ, ਪਰ ਜਿਵੇਂ ਹਾਥੀ ਦੇ ਕੰਨ ਹਿਲਦੇ ਰਹਿੰਦੇ ਇਸ ਤਰ੍ਹਾਂ ਮਨ ਬੈਠਾ ਵੀ ਹੈ ਨਾ ਸ਼ਹਿ ਦੇ ਵਿੱਚ ਕੁਛ ਨਾ ਕੁਛ ਸਕੀਮ ਜਾਂ ਧਿਆਨ ਜਿਹੜਾ ਹੈਗਾ ਉਹ ਜੀਵ ਆਤਮਾ ਨੂੰ ਹਰਾਉਣ ਵਾਸਤੇ ਉਹ ਜੋੜਦਾ ਰਹਿੰਦਾ ਹੈਗਾ। ਸੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਭੇਦ ਦੀਆਂ ਗੱਲਾਂ ਹੈਗੀਆਂ, ਜਦ ਜੀਵ ਆਤਮਾ ਨੂੰ ਪਤਾ ਲੱਗਦਾ ਹੈਗਾ ਕਿ ਮਨ ਦੀ ਜਿਹੜੀ ਸੁਭਾਅ ਹੈਗੀ ਇਸ ਤਰ੍ਹਾਂ ਹੈਗੀ ਆ, ਫਿਰ ਜਦ ਮਨ
ਵਿੱਚ ਵਿਚਾਲੇ ਜਦ ਗੁਰੂ ਦੇ ਸ਼ਬਦ ਦੇ ਨਾਲ ਕਿਸੇ ਜੀਵ ਆਤਮਾ ਦੇ ਅਸਰ ਦੇ ਹੇਠ ਕਿਸੇ ਨਿਰਾਲੀ ਚਾਲ ਦੇ ਵਿੱਚ ਤੁਰਦਾ ਹੈਗਾ, ਪਰ ਫੇਰ ਵੀ ਇਸ ਹਸਤ ਚਾਲ ਦੇ ਵਿੱਚ ਤੁਰਦਾ ਕਈ ਵਾਰੀ ਕਰਾਹੇ ਪੈਂਦਾ ਹੈ। ਜਦ ਕਰਾਹੇ ਪੈਂਦਾ ਤੇ ਉਸ ਟਾਈਮ ਫਿਰ ਜਿਹੜੀ ਜੀਵ ਆਤਮਾ ਸ਼ਬਦ ਰੂਪੀ ਕੰਡਾ ਜਦ ਇਸ ਹਾਥੀ ਦੇ ਉੱਤੇ ਮਾਰਦੀ ਹੈਗੀ ਆ ਤਾਂ ਫਿਰ ਇਹ ਸਿੱਧਾ ਪੈ ਜਾਂਦਾ ਹੈਗਾ, ਕਿਉਂਕਿ ਜੀਵ ਆਤਮਾ ਨੂੰ ਗੁਰੂ ਜਿਹੜਾ ਹੈ ਨਾ ਇਸ ਚੀਜ਼ ਦਾ ਗਿਆਨ ਕਰਾ ਦਿੰਦਾ ਹੈਗਾ ਕਿ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੇਂ ਭਾਏ, ਮਨ ਤੂੰ ਮੈਗਲ ਹੋ ਰਿਓ ਨਿਖਸ ਕਿਉਂ ਹੋਏ ਜਾਏ। ਉਹਨੂੰ ਪਤਾ ਲੱਗ ਜਾਂਦਾ ਹੈਗਾ ਕਿ ਮਨ ਜਿਹੜਾ ਹੈ ਨਾ ਮੈਗਲ ਹੈਗਾ, ਮੁਕਤੀ ਦਾ ਦੁਆਰਾ ਇਹ ਰਾਈ ਦੇ ਜਿਹੜਾ ਬੀਜ ਹੈਗਾ ਉਹ ਤੋਂ ਵੀ 10 ਗੁਣਾ ਛੋਟਾ ਹੈਗਾ। ਫਿਰ ਹੁਣ ਇਸ ਗੱਲ ਦਾ ਪਤਾ ਲੱਗ ਜਾਂਦਾ, ਪਰ ਫਿਰ ਵੀ ਉਹ ਜਿਹੜਾ ਹੈ ਨਾ ਜਦ ਜੀਵ ਆਤਮਾ ਹੈਗੀ ਆ ਉਹ ਆਪਣੀ ਯੁਕਤੀ ਵਰਤਦੀ ਆ, ਜਦ ਸ਼ਬਦ ਰੂਪੀ ਕੰਡਾ ਮਨ ਦੇ ਮਾਰਦੀ ਆ, ਫਿਰ ਇਹ ਜਿਹੜਾ ਮਨ ਹੈ ਨਾ ਸਿੱਧਾ ਹੋ ਜਾਂਦਾ ਹੈਗਾ। ਫਿਰ ਇਹਦੇ ਵਿੱਚ ਜੀਵ ਆਤਮਾ ਨੂੰ ਮਨ ਦੇ ਸਾਰੇ ਰੂਪ ਜਿਹੜੇ ਹਨ ਉਹਨਾਂ ਦਾ ਪਤਾ ਲੱਗ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਕਿ ਮਨ ਇੱਕ ਪੰਛੀ ਦੀ ਨਿਆਈ ਵੀ ਹੈ, ਮਨ ਇੱਕ ਖੋਤਾ ਵੀ ਹੈ। ਜਿਵੇਂ ਹੁਣ ਖੋਤੇ ਦਾ ਜਿਹੜਾ ਸੁਭਾਅ ਹੁੰਦਾ ਹੈਗਾ ਉਹ ਕੀ ਆ ਕਿ ਉਹਦੀ ਜਿਹੜੀ ਹੈ ਨਾ ਪ੍ਰੀਤ ਹੈਗੀ ਆ ਉਹ ਸਵਾਹ ਦੇ ਨਾਲ ਹੁੰਦੀ ਹੈਗੀ ਆ। ਸੋ ਜਦ ਖੋਤੇ ਨੂੰ ਲੂਣ ਦਈਏ ਤਾਂ ਉਹਦੇ ਮਨ ਦੇ ਵਿੱਚ ਇਹ ਆਉਂਦੀ ਕਿ ਮੇਰੇ ਕੰਨ ਪੜਦਾ ਹੈਗਾ। ਸੋ ਜਦ ਜੀਵ ਆਤਮਾ ਮਨ ਨੂੰ ਜਿਹੜਾ ਹੈ ਨਾ ਇਸ ਢੰਗ ਦੇ ਨਾਲ ਜਿਹੜਾ ਹੈਗਾ ਝੰਜੋੜਦੀ ਆ ਜਾਂ ਉਸ ਜੋ ਦੁਨਿਆਵੀ ਖਿਆਲ ਹੈਗੀ ਉਹਨਾਂ ਬਿਰਤੀ ਤੋਂ ਛਡਾਉਂਦੀ ਆ, ਤਾਂ ਫਿਰ ਮਨ ਜਿਹੜਾ ਹੈ ਨਾ ਉਹ ਵੀ ਖੋਤੇ ਵਾਂਗੂ ਇਹ ਸਮਝਦਾ ਹੈਗਾ ਕਿ ਜਿਹੜਾ ਜੀਵ ਆਤਮਾ ਹੈਗੀ ਆ ਇਹ ਮੈਨੂੰ ਜਿਹੜਾ ਹੈਗਾ ਇਹ ਉਲਟ ਉਪਦੇਸ਼ ਦੇ ਰਹੀ ਹੈ। ਪਰ ਹੌਲੀ ਹੌਲੀ ਗੁਰੂ ਦੀ ਕਿਰਪਾ ਦੇ ਨਾਲ ਜਦ ਇਹ ਜਿਹੜੀ ਹੈ ਨਾ ਜੰਗ ਚੱਲਦੀ ਹੈਗੀ ਆ, ਇਸ ਜੰਗ ਦਾ ਆਪਣਾ ਇੱਕ ਵੱਖਰਾ ਹੀ ਜਿਹੜਾ ਹੈ ਨਾ ਯੁੱਧ ਜਿਹੜਾ ਉਹ ਬਣ ਜਾਂਦਾ ਹੈਗਾ। ਇਹ ਜਿਹੜੀ ਯੁੱਧ ਕਲਾ ਹੈ ਨਾ, ਇਸ ਯੁੱਧ ਕਲਾ ਨੂੰ ਫਿਰ ਵੈਖਰੀ ਜਪ ਦਾ ਜਿਹੜਾ ਹੈ ਨਾ ਉਹ ਮਹਾਂਪੁਰਖਾਂ ਨੇ ਨਾਮ ਦਿੱਤਾ। ਸੋ ਵੈਖਰੀ ਤੋਂ ਭਾਵ ਇਹ ਹੈ ਕਿ ਮੈਦਾਨ ਦਾ ਜੰਗ, ਉਹ ਜੰਗ ਜਿੱਥੇ ਮਨ ਰੂਪੀ ਫੌਜ ਤੇ ਜੀਵ ਆਤਮਾ ਦਾ ਜੰਗ ਹੁੰਦਾ ਹੈ। ਆਓ ਆਪਾਂ ਥੋੜ੍ਹਾ ਜਿਹਾ ਹੁਣ ਇੱਥੇ ਜਪ ਦੀ ਗੱਲ ਕਰ ਲਈਏ ਕਿ ਗੁਰਬਾਣੀ ਨੇ ਸਾਨੂੰ ਆਖਿਆ ਕਿ ਜਿਹੜੀ ਸਟਾਰਟਿੰਗ ਹੈ ਨਾ, ਸ਼ੁਰੂਆਤ ਜਿਹੜੀ ਹੈ ਇਸ ਸ਼ਬਦ ਦੀ, ਵਾਹਿਗੁਰੂ ਸ਼ਬਦ ਦੇ ਸਿਮਰਨ ਦੀ, ਇਸ ਜੀਵ ਆਤਮਾ ਨੇ ਸਹਿਜ ਦੇ ਵਿੱਚ ਕਰਨੀ ਹੈ। ਸਹਿਜ ਦੇ ਵਿੱਚ ਵਾਹਿਗੁਰੂ ਬੁਲਾਉਣਾ ਹੈ। ਸੋ ਸਹਿਜ ਦੇ ਵਿੱਚ ਜਿਹੜਾ ਬੋਲਿਆ ਹੋਇਆ ਵਾਹਿਗੁਰੂ ਸ਼ਬਦ ਆ ਨਾ, ਫਿਰ ਇਹਦੀ ਜਿਹੜੀ ਗਹਿਰਾਈ ਹੈਗੀ ਆ, ਜਿੰਨਾ ਸਹਿਜ ਹੋਵੇਗਾ ਉਨੀ ਹੀ ਸੁਣਨ ਦੀ ਗਹਿਰਾਈ ਜ਼ਿਆਦਾ ਹੋ ਜਾਂਦੀ ਆ। ਫਿਰ ਗੁਰੂ ਜਿਹੜਾ ਹੈ ਨਾ ਇਸ ਜੀਵ ਆਤਮਾ ਨੂੰ ਦੱਸਦਾ ਹੈ ਕਿ ਜਿੰਨੀ ਗਹਿਰਾਈ ਦੇ ਨਾਲ ਤੂੰ ਬੋਲਣਾ ਹੈ ਉਨੀ ਹੀ ਗਹਿਰਾਈ ਦੇ ਨਾਲ ਸੁਣਨਾ ਹੈ। ਭਾਵ ਕੀ ਹੈ ਕਿ ਉਹਨੇ ਜੋ ਵਾਹਿਗੁਰੂ ਬੋਲਣਾ ਹੈ ਉਸੇ ਹੀ ਵਾਹਿਗੁਰੂ ਨੂੰ ਸੁਣਨਾ ਹੈਗਾ। ਸੋ ਸਹਿਜ ਦੇ ਵਿੱਚ ਬੋਲਣਾ ਤੇ ਸਹਿਜ ਦੇ ਵਿੱਚ ਹੀ ਜਿਹੜਾ ਹੈ ਇਸ ਨੇ ਸੁਣਨਾ ਹੈਗਾ। ਜਦ ਸਹਿਜ 'ਚ ਬੋਲਿਆ, ਸਹਿਜ 'ਚ ਸੁਣਿਆ ਜਾਏਗਾ, ਫਿਰ ਇਹ ਜੋ ਬੋਲਣਾ ਵਾਰ ਪ੍ਰਭ ਜਪੀਏ, ਜਦ ਇਸ ਤਰ੍ਹਾਂ ਵਾਰ ਬੋਲਿਆ ਜਾਵੇਗਾ ਜਿਵੇਂ ਮਧਾਣੀ ਦੁੱਧ ਨੂੰ ਵਾਰ ਰਿੜਕਦੀ ਹੈਗੀ ਆ, ਜਦ ਵਾਹਿਗੁਰੂ 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 ਵਾਰ ਬੋਲਿਆ ਜਾਏਗਾ। ਸੋ ਇਹ ਜਿਹੜਾ ਬੋਲਣ ਦਾ ਜੋ ਜੀਵ ਦਾ ਤਰੀਕਾ ਹੈਗਾ, ਢੰਗ ਤਰੀਕਾ ਹੈਗਾ ਉਸ ਅਭਿਆਸੀ ਦਾ, ਉਹ ਫਿਰ ਹੈ ਨਾ ਸਮਾਂ ਪਾ ਕੇ ਜਿਹੜਾ ਵਾਰ ਬੋਲਣਾ ਹੈਗਾ, ਇਹ ਸਮਾਂ ਪਾ ਕੇ ਫਿਰ ਇੱਕ ਐਸਾ ਮਧਾਣੀ ਦਾ ਗੇੜ ਬਣ ਜਾਂਦਾ ਹੈਗਾ ਕਿ ਇਸ ਫਿਰ ਮਧਾਣੀ ਨੂੰ ਫੇਰਨ ਦੀ ਲੋੜ ਨਹੀਂ ਪੈਂਦੀ। ਇਹ ਫਿਰ ਮਧਾਣੀ ਹੈ ਨਾ ਫਿਰ ਸੁੱਤੇ ਸਿੱਧ ਫਿਰਨ ਲੱਗ ਪੈਂਦੀ ਆ। ਪਰ ਪਹਿਲੀਆਂ ਜਿਹੜੀਆਂ ਅਵਸਥਾ ਹੈ ਨਾ ਉਹ ਇਸ ਤਰ੍ਹਾਂ ਹੈਗੀਆਂ ਕਿ ਜਿਵੇਂ ਬਹੁਤ ਭਾਰਾ ਜੰਗ ਦਾ ਮੈਦਾਨ ਹੋਵੇ। ਭਾਵ ਕੀ ਆ, ਜਿਹੜੀ ਪਹਿਲੀ ਘਾਟੀ ਆ ਇਹ ਵੈਖਰੀ ਜਪ ਦੀ, ਇਹ ਸਭ ਤੋਂ ਔਖੀ ਹੈ। ਜਿਉਂ ਕਹਿ ਲਓ ਕਿ ਜਿਵੇਂ ਪੜ੍ਹਾਈ ਦੀਆਂ ਜਾਂ 16 ਕਲਾਸਾਂ ਹੁੰਦੀਆਂ, ਸੋ ਇਹ ਪਹਿਲੀ ਕਲਾਸ ਹੈ ਜਿਹੜੀ MA ਦੀ ਪੜ੍ਹਾਈ ਹੈ। ਬਸ ਪਹਿਲੀ ਕਲਾਸ MA ਦੀ ਪੜ੍ਹਾਈ ਆ। ਇਹ ਤੋਂ ਪਹਿਲਾਂ ਹੈ ਨਾ ਜੀਵ ਆਤਮਾ ਨੇ ਉਸ ਅਭਿਆਸੀ ਨੂੰ ਜਾਗਰਤ ਹੋਣਾ ਹੈਗਾ। ਜਦ ਅਭਿਆਸੀ ਇਸ ਪਹਿਲੀ ਪੜ੍ਹਾਈ ਤੋਂ ਜਾਰੂ ਹੋ ਜਾਏਗਾ ਹੈ ਨਾ, ਫਿਰ ਉਹਨੂੰ ਪਤਾ ਹੈ ਕਿ ਇਹ ਜਿਹੜਾ ਜੰਗ ਹੈਗੀ ਆ ਇਹ 1-2 ਦਿਨ ਦਾ ਕੰਮ ਨਹੀਂ। ਅਗਰ ਇਹ ਉਮਰ ਭਰ ਵੀ ਇਹ ਕਿਸੇ ਸਫਲਤਾ ਦੇ ਕੰਢੇ ਦੇ ਉੱਤੇ ਲੱਗ ਜਾਵੇ ਤੇ ਫਿਰ ਜਿਹੜੀ ਜੀਵ ਆਤਮਾ ਆਪਣਾ ਧੰਨ ਭਾਗ ਸਮਝੇਗੀ, ਕਿਉਂਕਿ ਉਹਨੂੰ ਇਸ ਗੱਲ ਦਾ ਇਲਮ ਆ ਕਿ ਇਸ ਜੰਗ ਤੋਂ ਬਗੈਰ ਇਹ ਜਨਮ ਤੇ ਮਰਨ ਦਾ ਗੇੜ ਕਦੀ ਖਤਮ ਨਹੀਂ ਹੋ ਸਕਦਾ। ਸੋ ਜੋ ਹੁਣ ਮਨੁੱਖਾ ਜਨਮ ਮਿਲਿਆ ਹੈ ਨਾ, ਇਸ ਮਨੁੱਖਾ ਜਨਮ ਦੇ ਅੰਦਰ ਜੀਵ ਆਤਮਾ ਨੂੰ ਆਪਣੇ ਮਨ ਦੇ ਨਾਲ ਜੰਗ ਕਰਨੀ ਹੀ ਪੈਣੀ ਆ।
ਤੇ ਇਸ ਜੰਗ ਤੋਂ ਬਗੈਰ ਜੀਵ ਆਤਮਾ ਦਾ ਕੋਈ ਟਿਕਾਣਾ ਨਹੀਂ ਹੈ, ਕੋਈ ਸਹਾਰਾ ਨਹੀਂ ਹੈ। ਸੋ ਜਦ ਜੀਵ ਆਤਮਾ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਇਲਮ ਗਿਆਨ ਗੁਰੂ ਪਾਸੋਂ ਹੋ ਜਾਂਦਾ ਹੈਗਾ, ਫਿਰ ਜੀਵ ਆਤਮਾ ਜਿਹੜਾ ਨਾ ਤਕੜਾ ਹੋ ਕੇ ਫਿਰ ਇਸ ਪਾਸੇ ਮੁੜਦੀ ਆ। ਫਿਰ ਉਹਦੇ ਅੰਦਰ ਗੁਰੂ ਦੀ ਸ਼ਬਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਐਸਾ ਹੌਸਲਾ ਬਣ ਜਾਂਦਾ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਖ ਲੰਘ ਗੁਰ ਪੈ ਜਾਈ। ਜਾਂ ਕਬੀਰ मोहि मरने का चाव है, मरो तो हर के द्वार, मत हर पूछे कौन है परा हमारे बार। फिर जीव आत्मा ने भी पता है कि फरीदा गलिए चिकड़ दूर कर नाल प्यारे ने हों, चला तो भिजे कंबली रहां तो टुटे ने हों। सो ये मैदान दा जंग जीव आत्मा नूं हर हालत दे विच सर करना ही पैना हैगा। सो सर ਉਸ ਨੂੰ ਉਦੋਂ ਹੋਣਾ ਹੈਗਾ ਜਦੋਂ ਉਹਦਾ ਗੁਰੂ ਜਿਹੜਾ ਹੈ ਨਾ ਇਸ ਮੈਦਾਨੀ ਜੰਗ ਦੇ ਵਿੱਚ ਰਥਵਾਨ ਬਣੇਗਾ। ਤੇ ਇਸ ਰਥਵਾਨ ਦੀ ਅਗਵਾਈ ਗੁਰ ਸ਼ਬਦ ਗੁਰਬਾਣੀ ਆਪ ਕਰੇਗੀ। ਜੀਵ ਦਾ ਕੰਮ ਹੈ ਇਹਦੇ ਵਿੱਚ ਇੱਕ ਚੰਗੇ ਜੁਝਾਰੂ ਯੋਧੇ ਵਾਂਗੂ ਇਸ ਮੈਦਾਨੀ ਜੰਗ ਦੇ ਵਿੱਚ ਮਨ ਦੇ ਨਾਲ ਲੜਨਾ। ਮਨ ਦੇ ਜਿਹੜੇ ਪੁਰਾਣੇ ਸੁਭਾਅ ਵਿਸ਼ੇ ਵਿਕਾਰਾਂ ਦੇ ਰਸ ਉਹਨਾਂ ਤੋਂ ਮਨ ਨੂੰ ਮੋੜ ਕੇ ਵਾਹਿਗੁਰੂ ਸ਼ਬਦ ਦੇ ਵੱਲ ਪ੍ਰੇਰਿਤ ਕਰਕੇ ਜੋੜਨਾ। ਬਸ ਇਹ ਜਿਹੜਾ ਹੈ ਨਾ ਉਸ ਦੁਨਿਆਵੀ ਖਿਆਲਾਂ ਦੇ ਮੋੜ ਤੋਂ ਕੱਟ ਕੇ ਅੰਤਰਮੁਖੀ ਮਨ ਨੂੰ ਕਰਨਾ ਹੈਗਾ ਵਾਹਿਗੁਰੂ ਸ਼ਬਦ, ਵਾਹਿਗੁਰੂ ਦੀ ਪ੍ਰੀਤ, ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਜੋੜਨਾ ਹੈਗਾ। ਫਿਰ ਸਮਝ ਲਓ ਮਨ ਦੀ ਜਿਹੜੀ ਹੈ ਨਾ ਪਹਿਲੀ ਜੋ ਵੈਖਰਾ ਜਪ ਹੈਗਾ, ਇਸ ਨੂੰ ਜਿਹੜਾ ਹੈ ਨਾ ਉਹ ਇਸ ਜੀਵ ਆਤਮਾ ਨੇ ਸਰ ਕਰ ਲਿਆ ਹੈਗਾ। ਸੋ ਫਿਰ ਜੀਵ ਆਤਮਾ ਨੂੰ ਪਤਾ ਲੱਗ ਜਾਂਦਾ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਇਸ ਕਰਕੇ ਜੀਵ ਆਤਮਾ ਜਦ ਸੂਰਬੀਰ ਹੋ ਕੇ ਪੁਰਜਾ ਪੁਰਜਾ ਕਟਾ ਕੇ ਜਦ ਪਹਿਲੀ ਇਹ ਜੰਗ ਸ਼ੁਰੂ ਕਰਦੀ ਹੈਗੀ ਆ, ਇਸ ਜੰਗ ਦੇ ਵਿੱਚ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਹਰ ਹਾਲਤ ਦੇ ਵਿੱਚ ਇਹ ਜੰਗ ਫਤਿਹ ਕਰਨੀ ਹੈ। ਤੇ ਜੰਗ ਫਤਿਹ ਗੁਰੂ ਦੀ ਕਿਰਪਾ, ਗੁਰੂ ਦੇ ਮੇਰੇ ਕੰਡ ਦੇ ਉੱਤੇ ਦਿੱਤੀ ਥਾਪੀ ਦੇ ਨਾਲ ਹੋਣੀ ਹੈ। ਤੇ ਜਦ ਗੁਰੂ ਜਿਹੜਾ ਹੈਗਾ ਉਹ ਜੀਵ ਆਤਮਾ ਦੇ ਉੱਤੇ ਆਪਣੀ ਕਿਰਪਾ ਰੂਪੀ ਥਾਪੇ ਦਿੰਦਾ, ਫਿਰ ਗੁਰੂ ਜਿਹੜਾ ਹੈ ਨਾ ਉਹ ਇਸ ਜੀਵ ਆਤਮਾ ਨੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਚਿੜੀਆਂ ਤੋਂ ਆਵਾਜ਼ ਦੀ ਸ਼ਕਤੀ ਬਖਸ਼ਦਾ ਹੈਗਾ। ਤੇ ਜਦ ਇਹ ਜਿਹੜੀ ਚਿੜੀ ਹੈਗੀ ਆ ਆਵਾਜ਼ ਰੂਪੀ ਸ਼ਕਤੀ ਬਣ ਕੇ ਉਸ ਮਨ ਦੇ ਨਾਲ ਜਦ ਜੰਗ ਕਰਦੀ ਹੈ ਤਾਂ ਫਿਰ ਉਹਨੂੰ ਗੁਰਬਾਣੀ ਜਿਹੜੀ ਹੈ ਇਹ ਦੱਸਦੀ ਹੈ ਕਿ ਤੇਰੇ ਗੁਰੂ ਦੀ ਸਮਰੱਥਾ ਇੰਨੀ ਭਾਰੀ ਹੈ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਰਲੇ ਤਰੀ ਪਵਨ ਸੋਝਿਆ ਗੁਰ ਭੇਟ ਪਨੀਤਾ। ਇਹ ਸਾਰੇ ਭੇਦ ਜਦ ਉਹਨੂੰ ਪਤਾ ਲੱਗ ਜਾਂਦਾ ਹੈ, ਫਿਰ ਜੀਵ ਆਤਮਾ ਦੇ ਜਿਹੜੇ ਝੰਡੇ ਹੈਗੇ ਆ ਜਾਂ ਉਹ ਸੱਚਾਈ ਦੇ ਝੰਡੇ ਉਹ ਫਿਰ ਬੁਲੰਦ ਹੋ ਜਾਂਦੇ ਆ। ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਐਸੀ ਲਾਲ ਤੁਧ ਬਨ ਕੌਣ ਕਰੇ, ਗਰੀਬ ਨਿਵਾਜ ਗਸਾਈਆਂ ਮੇਰਾ ਮਾਥੇ ਛਤਰ ਤਰੇ। ਸੋ ਇਹ ਜਿਹੜਾ ਨਾ ਛਤਰ ਹੈਗਾ ਇਹ ਫਿਰ ਗੁਰੂ ਜਿਹੜਾ ਹੈਗਾ ਉਸ ਜੀਵ ਆਤਮਾ ਦੇ ਉੱਪਰ ਜਦ ਧਰਦਾ ਹੈਗਾ, ਫੇਰਦਾ ਹੈਗਾ। ਫਿਰ ਜਿਹੜਾ ਜੀਵ ਆਪਣੇ ਆਪ ਨੂੰ ਜਿਹੜਾ ਸੀਗਾ ਕਿਸੇ ਟਾਈਮ ਬੜਾ ਕਮਜ਼ੋਰ ਸਮਝਦਾ ਸੀਗਾ, ਮਨ ਦੇ ਮੋਹਰੇ ਜਿਹੜਾ ਸੀਗਾ ਉਹਦੀਆਂ ਮੋਹਣੀਆਂ ਫੌਜਾਂ ਨੂੰ ਦੇਖ ਕੇ ਘਬਰਾਉਂਦਾ ਸੀਗਾ, ਅੱਜ ਮਨ ਜਿਹੜਾ ਹੈ ਨਾ ਸਾਰੀਆਂ ਫੌਜਾਂ ਦੇ ਸਮੇਤ ਉਹਦੇ ਮੋਹਰੇ ਜਦ ਆਤਮ ਸਮਰਪਣ ਹੋ ਜਾਂਦਾ ਹੈਗਾ ਤਾਂ ਫਿਰ ਉਹ ਜੀਵ ਆਤਮਾ ਜਿਹੜੀ ਹੈ ਨਾ ਉਹਨੂੰ ਆਪਣੀ ਗੁਰੂ ਦੀ ਕਿਰਪਾ ਤੇ ਗੁਰੂ ਦੀ ਬਖਸ਼ ਦੀ ਰਹਿਮਤ ਦਾ ਜਿਹੜਾ ਪਤਾ ਲੱਗ ਜਾਂਦਾ ਤਾਂ ਉਹਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਸੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸੋ ਇਹ ਹੈ ਵੈਖਰੀ ਜਪ ਦੇ ਸ਼ਬਦ ਦਾ ਜੋ ਜੰਗੇ ਮੈਦਾਨ ਹੈਗਾ, ਉਹਦੇ ਵਿੱਚ ਫਿਰ ਇਹ ਜੀਵ ਆਤਮਾ ਜਗਿਆਸੂ ਪ੍ਰਾਣੀ ਨੇ ਕਿਵੇਂ ਜਿਹੜਾ ਹੈਗਾ ਉਹ ਪਹਿਲੀ ਜੋ ਸੀੜੀ ਹੈਗੀ ਆ, ਪਹਿਲੀ ਪੌੜੀ, ਪਹਿਲਾ ਜਿਹੜਾ ਸਟੈਪ ਹੈਗਾ ਉਹ ਸਰ ਕਰਨਾ ਹੈਗਾ। ਤੇ ਉਸ ਸਰ ਦੇ ਵਿੱਚ ਜੋ ਉਹਦੇ ਅੰਦਰਲੇ ਭਾਵ ਖੁੱਲ੍ਹਣਗੇ ਉਹਨਾਂ ਨੂੰ ਫਿਰ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਅਗਲਾ ਵਿਚਾਰ ਸਮਾਂ ਪਾ ਕੇ ਆਪ ਦੇ ਸਾਹਮਣੇ ਆਏਗਾ, ਉਸ ਦੇ ਵਿੱਚ ਸਾਂਝਾ ਕਰੇਗਾ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।